ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। कमर अब्बास माही ਤੁਹਾਡੀ ਖਿਦਮਤ 'ਚ ਹਾਜ਼ਰ ਆ ਪੰਜਾਬੀ ਵਲੌਗ ਦੇ ਨਾਲ। ਔਰ ਤੁਸੀਂ ਪਿਛਲੇ ਪ੍ਰੋਗਰਾਮ 'ਚ ਸਾਡਾ ਵੇਖਿਆ ਕਿ ਅਸੀਂ ਮਤਲਬ ਜਿਹੜੇ ਮਰਹੂਮ ਸਰਦਾਰ ਕਮਾਲ ਸਾਹਿਬ ਜਿਹੜੇ ਹਾਜੀ ਵੀ ਆ ਜੀ, ਉਹਨਾਂ ਨੇ ਹੱਜ ਵੀ ਕੀਤਾ। ਉਹਨਾਂ ਦੀ ਕੁਛ ਅਲਫਾਜ਼ ਚੰਦ ਅਸੀਂ ਕੋਸ਼ਿਸ਼ ਕੀਤੀ ਕਿ ਚਲੋ ਤੁਹਾਡੇ ਨਾਲ ਸ਼ੇਅਰ ਕਰੀਏ, ਕਿਉਂਕਿ ਜਿੰਨਾ ਉਹਨਾਂ ਨੂੰ ਸੁਣਿਆ ਸੀ ਉਨਾ ਹੀ ਅੱਛਾ ਵੀ ਪਾਇਆ ਉਹਨਾਂ ਨੂੰ, ਕਿਉਂਕਿ ਇੱਕ ਮੁਲਾਕਾਤ ਵੀ ਮੇਰੀ ਉਹਨਾਂ ਨਾਲ ਹੋਈ ਅਤੇ ਇਹਨਾਂ ਦੇ ਬੰਦੇ ਨੂੰ ਪਤਾ ਚੱਲ ਜਾਂਦਾ ਹੈ ਕਿ ਬੰਦਾ ਕਿਸ ਤਰ੍ਹਾਂ ਦਾ ਚੰਗਾ ਹੈ ਕਿ ਮਾੜਾ ਹੈ। ਅਤੇ ਚਲੋ ਇਹ ਤਾਂ ਉਹਨਾਂ ਦੀ ਜ਼ਿੰਦਗੀ ਦੀ ਗੱਲ ਦੱਸਣ ਡਿਆ ਕਿ ਜਦੋਂ ਜ਼ਿੰਦਾ ਸੀ ਕਿ ਫਿਰ ਅੱਛਾਈਆਂ ਵੀ ਨਾਲ ਹੁੰਦੀਆਂ ਇਨਸਾਨ ਦੇ, ਬੁਰਾਈਆਂ ਵੀ ਨਾਲ ਹੁੰਦੀਆਂ, ਅਤੇ ਇਹਦਾ ਫੈਸਲਾ ਅੱਲਾਹ ਤਾਲਾ ਕਰਨ ਵਾਲਾ, ਤੁਸੀਂ ਮੈਂ ਨਹੀਂ ਹੈਗੇ। ਅਤੇ ਇਸੇ ਹਵਾਲੇ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਮੈਂ ਕਰਨਾ ਚਾਹਾਂਗਾ ਕਿ ਇੱਕ ਅਰਮਗਾਨ ਅਕਸੀ ਰਾਣਾ ਸਾਹਿਬ ਜਿਹੜੇ ਜਨਾਬ ਬੜੇ ਬੇਬਾਕ ਤਰੀਕੇ ਨਾਲ ਬੋਲਦੇ ਆ ਔਰ ਬੜੇ ਬੇਬਾਕ ਤਰੀਕੇ ਨਾਲ ਜਿਹੜੀਆਂ ਮਾਸ਼ਰੇ ਦੀਆਂ ਬੁਰਾਈਆਂ ਉਹਨਾਂ ਨਾਲ ਮਤਲਬ ਉਹਨਾਂ ਨੂੰ ਐਕਸਪੋਜ਼ ਕਰਦੇ ਆ। ਅਤੇ ਉਹਨਾਂ ਦਾ ਇੱਕ ਇੰਟਰਵਿਊ ਮੇਰੇ ਸਾਹਮਣੇ ਗੁਜ਼ਰਿਆ ਜਿਹਦੇ ਵਿੱਚ ਉਹਨਾਂ ਨੇ ਚਲੋ ਫਨਕਾਰਾਂ ਨੂੰ ਸਾਰਿਆਂ ਨੂੰ ਕਿਹਾ, ਉਹਨਾਂ ਦਾ ਕਹਿਣਾ ਬਣਦਾ ਵੀ ਕਿਉਂਕਿ ਉਹਨਾਂ ਦੀ ਇੱਕ ਜ਼ਾਤੀ ਸੋਚ ਆ ਔਰ ਜ਼ਾਤੀ ਉਹਨਾਂ ਦਾ ਇੱਕ ਮੁਸ਼ਾਹਿਦਾ ਆ ਔਰ ਉਹਦੇ 'ਚ ਮਤਲਬ ਉਹ ਕਹਿ ਸਕਦੇ ਆ। ਲੇਕਿਨ ਮਾਮਲਾ ਤਾਂ ਇਹ ਹੈ ਕਿ ਉਹਨਾਂ ਨੇ ਜਿਹੜਾ ਇੱਕ ਮਰੇ ਹੋਏ ਸ਼ਖਸ ਨੂੰ, ਇੱਕ ਮਰੇ ਹੋਏ ਬੰਦੇ ਨੂੰ ਜਿਹੜਾ ਦੁਨੀਆ ਤੋਂ ਜਾ ਚੁੱਕਿਆ, ਉਹਨੂੰ ਮਤਲਬ ਉਹਦੇ ਲਈ ਇੱਕ ਬੜੇ ਨਾਜ਼ੇਬਾ ਅਲਫਾਜ਼ ਜਿਹੜੇ ਔਰ ਫਿਰ ਬੜੀ ਸ਼ਿੱਦਤ ਨਾਲ ਜਨਾਬ ਉਹਨਾਂ ਅਲਫਾਜ਼ ਨੂੰ ਬੋਲਣ ਡਿਆ ਜੀ ਕਿ ਉਹ ਵੀ ਮਰ ਗਿਆ, ਉਹ ਵੀ ਮਰ ਗਿਆ ਜੀ, ਫਲਾਂ ਹੋ ਗਿਆ। ਕਿਉਂਕਿ ਸਾਡੀ ਜ਼ੁਬਾਨ ਉਹ ਜ਼ੇਬ ਨਹੀਂ ਦਿੰਦੀ। ਅਸੀਂ ਵੀ ਯੂਟਿਊਬ 'ਤੇ ਕੰਮ ਕਰਨ ਵਾਲੇ ਲੋਕ ਹਾਂ, ਅਸੀਂ ਵੀ ਫੇਸਬੁੱਕ ਪੇਜ 'ਤੇ ਕੰਮ ਕਰਨ ਵਾਲੇ ਲੋਕ ਹਾਂ, ਅਸੀਂ ਵੀ ਵਟਸਐਪ ਗਰੁੱਪਾਂ 'ਚ ਕੰਮ ਕਰਨ ਵਾਲੇ ਲੋਕ ਹਾਂ। ਲੇਕਿਨ ਏਡੀ ਵੀ ਤਜ਼ਲੀਲ ਜਿਹੜੀ ਹੈ ਨਾ, ਸਾਡੇ ਕੋਲ ਅਲਫਾਜ਼ ਮਤਲਬ ਕਿੰਨਾ ਬੁਰਾ ਹੋ ਰਿਹਾ ਮਾਸ਼ਰੇ 'ਚ, ਕਿੰਨਾ ਗਲਤ ਹੋ ਰਿਹਾ ਆਵਾਮ ਦੇ ਨਾਲ, ਕਿੰਨਾ ਕੁਛ ਉਹਨਾਂ ਨੂੰ ਮਤਲਬ ਉਹ ਆਪਣੀਆਂ ਜਿਹੜੀਆਂ ਬਰਦਾਸ਼ਤ ਕਰਨ ਡਏ ਆ, ਕਿੰਨਾ ਕੁਛ ਉਹ ਬਰਦਾਸ਼ਤ ਕਰ ਰਹੇ ਆ। ਮਹਿੰਗਾਈ, ਬਿਜਲੀ ਦੇ ਬਿੱਲ, ਸਭ ਕੁਛ ਉਹਦੇ ਨਾਲ ਨਸਲਾਂ ਤਬਾਹ ਨਹੀਂ ਹੋ ਰਹੀਆਂ। ਜਿਹੜਾ ਇੰਨਾ ਕੁਛ ਪਹਿਲੇ ਹੋ ਰਿਹਾ ਸੀ ਉਹਦੇ ਨਾਲ ਨਸਲਾਂ ਤਬਾਹ ਨਹੀਂ ਹੋ ਰਹੀਆਂ। ਜਿਹੜੀਆਂ ਵੀਡੀਓਜ਼ ਲੀਕ ਹੁੰਦੀਆਂ ਸਿਆਸੀ ਬੇਸ 'ਤੇ ਵੀ ਵੀਡੀਓਜ਼ ਲੀਕ ਹੋ ਜਾਂਦੀਆਂ ਜਨਾਬ ਕਿਸੇ ਦੀਆਂ, ਅਤੇ ਉਹਦੇ 'ਚ ਨਸਲਾਂ ਤਬਾਹ ਨਹੀਂ ਹੁੰਦੀਆਂ। ਅਤੇ ਅਰਮਗਾਨ ਅਕਸੀ ਸਾਹਿਬ ਮਾਸ਼ਾਅੱਲਾ ਤੁਹਾਡਾ ਨਾਮ ਵੀ ਇੱਕ ਬਹੁਤ ਮੁਸ਼ਕਿਲ ਆ ਅਤੇ ਜ਼ੁਬਾਨ 'ਤੇ ਜ਼ਰਾ ਮੁਸ਼ਕਿਲ ਹੀ ਚੜ੍ਹਦਾ। ਮੈਨੂੰ ਇੱਕ ਗੱਲ ਤੁਹਾਡੇ ਕੋਲੋਂ ਚਾਹੀਦੀ ਹੈ ਸਰ ਪੁੱਛਣੀ ਕਿ ਮੈਨੂੰ ਇਹ ਦੱਸੋ, ਮੈਨੂੰ ਇਹਦਾ ਜਵਾਬ ਚਾਹੀਦਾ ਹੈ ਕਿ ਜਨਾਬ ਜਿਹੜਾ ਬੰਦਾ ਦੁਨੀਆ ਤੋਂ ਕੂਚ ਕਰ ਜਾਂਦਾ, ਤੁਹਾਡਾ ਕੋਈ ਮੁਸਲਮਾਨ ਭਰਾ, ਉਹਦੀ ਬੁਰਾਈ ਕਰਨਾ ਮਤਲਬ ਇਹ ਕਿਸ ਜਗ੍ਹਾ ਦੇ ਉੱਤੇ ਲਿਖਿਆ, ਉਹਨੂੰ ਬੁਰਾ ਭਲਾ ਜਦੋਂ ਜ਼ਿੰਦਾ ਸੀ ਉਦੋਂ ਤੁਸੀਂ ਕਿੱਥੇ ਸੁੱਤੇ ਸੀ, ਉਦੋਂ ਕਿੱਥੇ ਮਰੇ ਸੀ? ਕਿਉਂਕਿ ਇਹ ਇੰਨਾ ਕੁ ਗੁੱਸੇ ਦਾ ਰੱਦੇ ਅਮਲ ਤਾਂ ਹੋਣਾ ਚਾਹੀਦਾ ਨਾ ਆਵਾਮ 'ਚ ਕਿ ਤੁਹਾਨੂੰ ਲੋਕ, ਤੁਸੀਂ ਕਿੰਨੇ ਬੰਦਿਆਂ ਨੂੰ ਮਕਸਦ ਉਹ ਤਾਂ ਦੁਨੀਆ ਤੋਂ ਚਲੇ ਗਏ, ਉਹ ਸੁਣ ਨਹੀਂ ਰਹੇ। ਲੇਕਿਨ ਜਿਹੜੇ ਉਹਨਾਂ ਦੇ ਫੈਨ ਆ, ਜਿਹੜੇ ਉਹਨਾਂ ਦੇ ਚਾਹਣ ਵਾਲੇ ਆ, ਜਿਹੜੇ ਉਹਨਾਂ ਦੇ ਮੁਹੱਬਤ ਵਾਲੇ ਲੋਕ ਆ, ਉਹ ਉਹਨਾਂ ਨੂੰ ਤਕਲੀਫ ਨਹੀਂ ਹੋਏਗੀ ਤੁਹਾਡੇ ਇਸ ਬਿਆਨ ਨਾਲ। ਤੁਹਾਨੂੰ ਚਾਹੀਦਾ ਕਿ ਤੁਸੀਂ ਉਹਨਾਂ ਦੇ ਫੈਨਸ ਕੋ, ਪੂਰੇ ਮਾਸ਼ਰੇ ਦੇ ਜਿੰਨੇ ਲੋਕ ਆ, ਤੁਸੀਂ ਕੀ ਅੱਛਾ ਕੀਤਾ, ਤੁਸੀਂ ਨਸਲਾਂ ਨੂੰ ਠੀਕ ਕਰਨ ਲਈ ਜਿਹੜੇ ਅਲਫਾਜ਼ ਬੋਲੇ ਆ ਕਿ ਤੁਸੀਂ ਇੱਕ ਬੰਦਾ ਖੜਾ ਹੈ ਮੋਟਰਸਾਈਕਲ ਦੇ ਉੱਪਰ ਅਤੇ ਉਹਦਾ ਬੱਚਾ ਉਹਦੀ ਮਤਲਬ ਬੈਠਾ ਉਹਦੇ ਅੱਗੇ ਮੋਟਰਸਾਈਕਲ ਦੇ ਉੱਤੇ, ਅਤੇ ਤੁਸੀਂ ਬੜੇ ਨਜ਼ੇਬਾ ਜੀ ਉੱਥੇ ਨੰਗੇ ਡਾਂਸ ਹੁੰਦੇ ਸੀ, ਉੱਥੇ ਫਲਾਹ ਹੁੰਦਾ ਸੀ, ਉੱਥੇ ਟਮਕਾਨ ਹੁੰਦਾ ਸੀ, ਅਤੇ ਬੱਚੇ ਦੇ ਸੁਣ ਕੇ ਕੋਈ ਉਹਨੂੰ ਅਸਰ ਨਹੀਂ ਹੋਇਆ ਹੋਣਾ ਉਹਨੂੰ। ਫਿਰ ਇੱਕ ਤੁਹਾਡੇ 'ਚ ਖਾਮੀ ਵੇਖੋ, ਤੁਹਾਡੇ ਪੁਆਇੰਟ ਆਊਟ ਕਰ ਰਿਹਾ ਮੈਂ ਉਹ ਮਾਮਲਾਤ ਜਿਨ੍ਹਾਂ 'ਚ ਤੁਸੀਂ ਮੈਨੂੰ ਮੈਂ ਸਮਝਦਾ ਕਿ ਤੁਹਾਨੂੰ ਠੀਕ ਹੋਣ ਦੀ ਜ਼ਰੂਰਤ ਆ। ਕਿ ਤੁਸੀਂ ਇੱਕ ਬੰਦਾ ਤੁਹਾਨੂੰ ਅੱਗੇ ਜਵਾਬ ਦੇਣਾ ਚਾਹ ਰਿਹਾ ਤੁਹਾਡੇ ਸਵਾਲ ਦਾ, ਅਤੇ ਤੁਸੀਂ ਉਹਦਾ ਸਵਾਲ ਨਹੀਂ ਸੁਣ ਰਹੇ। ਕੈਸੇ ਤੁਸੀਂ ਐਂਕਰ ਪਰਸਨ ਹੋ, ਤੁਸੀਂ ਮਾਈਕ ਫੜਿਆ ਹੋਇਆ, ਠੀਕ ਹੈ, ਅਤੇ ਕਿੰਨਾ ਕੁ ਤੁਸੀਂ ਮਾਈਕ ਨਾਲ ਇਨਸਾਫ ਕਰ ਰਹੇ ਹੋ ਕਿ ਤੁਸੀਂ ਉਹ ਬੰਦਾ ਤੁਹਾਨੂੰ ਜਵਾਬ ਦੇਣਾ ਚਾਹ ਰਿਹਾ ਤੁਹਾਡੀ ਗੱਲ ਦਾ, ਮਤਲਬ ਉਹਦੇ ਕੋਲ ਕੋਈ ਗੱਲ ਹੋਏਗੀ ਤਾਂ ਸੁਣਾ, ਤੁਸੀਂ ਕਿਸੇ ਨੂੰ ਬੋਲਣ ਹੀ ਨਹੀਂ ਦੇ ਰਹੇ ਹੋ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਹਾਡੀ ਸੁਣੀ ਜਾਣੀ ਹੈ ਅਤੇ ਤੁਸੀਂ ਸਭ ਠੀਕ ਕਹਿ ਰਹੇ ਹੋ ਅਤੇ ਬਾਕੀ ਕੋਈ ਬੰਦਾ ਠੀਕ ਨਹੀਂ ਕਹਿ ਰਿਹਾ। ਫਿਰ ਇੱਕ ਮਤਲਬ ਤੁਸੀਂ ਬੜਾ ਇਸਲਾਮ ਔਰ ਬੜਾ ਤੁਸੀਂ ਇਹ ਨਾਅਰਾ ਲਾ ਰਹੇ ਹੋ, ਲੇਕਿਨ ਤੁਸੀਂ ਇਸਲਾਮ ਦੇ ਮੁਨਾਫੀ ਕੰਮ ਕਿਉਂ ਕੀਤਾ? ਤੁਸੀਂ ਇੱਕ ਮਰੇ ਹੋਏ ਬੰਦੇ ਨੂੰ ਬੁਰਾ ਭਲਾ ਕਿਉਂ ਕਿਹਾ, ਮਤਲਬ ਉਹਦੀ ਬੁਰਾਈ ਕਿਉਂ ਕੀਤੀ? ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਉਹਦੀ ਬੁਰਾਈ ਕਰਨਾ ਬਹੁਤ ਗਲਤ ਗੱਲ ਆ। ਚਲੋ ਬੰਦਾ ਗਲਤ ਹੋਵੇ, ਅਤੇ ਇੱਕ ਇਹ ਵੀ ਗੱਲ ਅਸੀਂ ਸੁਣੀ ਆਪਣੇ ਵੱਡਿਆਂ ਕੋਲੋਂ ਕਿ ਜਿਹਦਾ ਸਭ ਤੋਂ ਵੱਡਾ ਜਨਾਜ਼ਾ ਹੋਵੇ, ਯਾਨੀ ਜਿਹਦੇ ਜਨਾਜ਼ੇ 'ਚ ਬਹੁਤ ਸਾਰੇ ਲੋਕ ਹੋਣ, ਅਗਰ ਉਹਨੂੰ ਮਤਲਬ ਲੋਕਾਂ ਨੂੰ ਉਹਦੇ ਤੋਂ ਤਕਲੀਫ ਸੀ ਅਤੇ ਲੋਕ ਉਹਦੇ ਜਨਾਜ਼ੇ ਨਾਲ ਨਹੀਂ ਜਾਂਦੇ, ਅਤੇ ਉੱਥੇ ਤੁਸੀਂ ਗਏ, ਉੱਥੇ ਜਾ ਕੇ ਵੇਖਿਆ ਉਹਦੇ ਮਤਲਬ ਬਟਾਲਾ ਕਲੋਨੀ ਫੈਸਲਾਬਾਦ ਦੇ ਵਿੱਚ, ਮਤਲਬ ਇਹ ਹੈ ਕਿ ਉੱਥੇ ਕਿੰਨੇ ਲੋਕ ਆਏ ਔਰ ਕਿੰਨੇ ਲੋਕਾਂ ਨੇ ਮਤਲਬ ਹਰ ਬੰਦੇ ਦੀ ਅੱਖ 'ਚ ਆਂਸੂ ਸੀ। ਕਿਉਂ ਰੋ ਰਹੇ ਸੀ ਲੋਕ? ਉਹਦੇ ਜਿਹੜਾ ਕਬਰ ਕੱਢਣ ਵਾਲਾ ਬੰਦਾ ਹੈ, ਗੋਰਕਨ ਜਿਹਨੂੰ ਕਹਿੰਦੇ ਆ, ਉਹ ਬਿਆਨ ਦੇ ਰਿਹਾ ਕਿ ਜਨਾਬ ਜਦੋਂ ਸਰਦਾਰ ਕਮਾਲ ਸਾਹਿਬ ਇੱਥੋਂ ਲੰਘਦੇ ਹੁੰਦੇ ਸੀ ਅਤੇ ਮੈਨੂੰ ਪੁੱਛ ਕੇ ਜਾਂਦੇ ਸੀ ਕਿ ਬਈ ਕੀ ਹਾਲ ਚਾਲ ਆ। ਯਾਨੀ ਉਹ ਬੰਦਾ ਗਲਤ ਸੀ। ਅਗਰ ਬੁਰਾਈਆਂ ਹੋਈਆਂ, ਮਤਲਬ ਕਿੰਨੀ ਦੇਰ ਤੋਂ ਸਟੇਜ ਥੀਏਟਰ ਚੱਲ ਰਿਹਾ, ਕਿੰਨੀ ਵਲਗੈਰਿਟੀ ਹੋਈ, ਉਦੋਂ ਤੁਸੀਂ ਕਿੱਥੇ ਮਰੇ ਸੀ? ਉੱਥੋਂ ਤੁਸੀਂ ਕਿੱਥੇ ਸੁੱਤੇ ਸੀ? ਉਦੋਂ ਤੁਹਾਡਾ ਜਿਹੜਾ ਮੁਸਲਮਾਨੀਆਂ ਸੀ ਤੁਹਾਡੀ ਕਿਉਂ ਨਹੀਂ ਜਾਗੀ? ਉਦੋਂ ਤੁਸੀਂ ਕਿਉਂ ਨਹੀਂ ਮਤਲਬ ਇੱਕ ਤੁਸੀਂ ਆਣ ਕੇ ਟੀ ਵੀ ਦੇ ਉੱਤੇ ਆਪਣੇ ਵਿਊਜ਼ ਲਈ, ਸਸਤੀ ਸ਼ੋਹਰਤ ਹਾਸਲ ਕਰਨ ਲਈ ਤੁਸੀਂ ਇੱਕ ਮਰੇ ਹੋਏ ਬੰਦਿਆਂ ਨੂੰ ਤੁਸੀਂ
ਮਤਲਬ ਉਹਨਾਂ ਦੇ ਉੱਤੇ ਗੱਲ ਕਰ ਦਿੱਤੀ। ਸ਼ਾਬਾਸ਼ ਤੁਹਾਡੇ, ਅਗਰ ਤੁਹਾਡੇ 'ਚ ਇੰਨੀ ਹਿੰਮਤ ਹੈਗੀ ਨਾ, ਅਰਮਗਾਨ ਸਾਹਿਬ, ਅਕਸੀ ਰਾਣਾ ਸਾਹਿਬ, ਬੰਦ ਕਰਵਾਓ ਸਭ ਕੁਝ। ਅਸੀਂ ਆਪ ਉਹਦੇ ਖਿਲਾਫ ਹਾਂ। ਅਸੀਂ ਤੁਹਾਨੂੰ ਮੇਰਾ ਖਿਆਲ ਹੈ ਕਿ ਜਿਸ ਬੰਦੇ ਨੇ ਵੀ ਤੁਹਾਡੇ 'ਤੇ ਵੀਡੀਓ ਕੀਤੀ ਹੋਏਗੀ ਜਾਂ ਜਿਸ ਬੰਦੇ ਨੇ ਵੀ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੇ ਤੁਹਾਨੂੰ ਇੱਕ ਫਸਟਲੀ ਗੱਲ ਆਪਣੇ ਦਿਮਾਗ 'ਚ ਗੱਲ ਬਿਠਾ ਲਓ ਕਿ ਤੁਹਾਨੂੰ ਕਹੀ ਹੋਏਗੀ ਕਿ ਜਨਾਬ ਅਸੀਂ ਤੁਹਾਨੂੰ ਸੁਣੀਦਾ ਸੀ, ਤੁਹਾਨੂੰ ਵੇਖੀਦਾ ਸੀ ਅਤੇ ਬੜੇ ਖੁਸ਼ ਹੋਈਦਾ ਸੀ, ਫੈਨ ਸੀ ਅਸੀਂ ਤੁਹਾਡੇ, ਲੇਕਿਨ ਤੁਸੀਂ ਆਪਣੀ ਫੈਨ ਫੋਲੋਇੰਗ ਨੂੰ ਨਾਰਾਜ਼ ਕਿਉਂ ਕੀਤਾ? ਤੁਸੀਂ ਇਹ ਚੀਜ਼ਾਂ ਕਿਉਂ ਕੀਤੀਆਂ? ਉਹ ਮੁਸਲਮਾਨ ਨਹੀਂ। ਮਕਸਦ ਕਿੰਨੀਆਂ ਮਿਸਾਲਾਂ ਤੁਹਾਨੂੰ ਚਾਹੀਦੀਆਂ ਕਿ ਮਰੇ ਹੋਏ ਬੰਦੇ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਉਹਦੇ 'ਚ ਮੈਂ ਇੱਕ ਕੋਟ ਕਰਾਂਗਾ ਹਦੀਸ ਕਿ आयशा रज़ी अल्लाह ताला अन्हा से रवायत है, वो कहती हैं कि अल्लाह के रसूल ने फरमाया, मरे हुए लोगों को बुरा मत कहो क्योंकि जो अमाल उन्होंने आगे भेजे उन तक पहुँच चुके हैं। ये सही बुखारी की रवायत तो किया गया जनाब। यह हदीस जी मैं तुहानूं सुणाई हाँ कि ऑलरेडी उन्होंने जिन्ने बंदे ने करना, मैं कहना कि मैं किसी की बुराई करन लगे मैं कौन हुंदा उन्होंने सज़ा जज़ा देने वाला, या मैं कौन हुंदा उहदा हिसाब करने वाला, उहदे अमाल का हिसाब करने वाला। वो चोर डकैत कुछ भी है ਉਹਦੇ ਨਾਲ ਉਹ ਉੱਪਰ ਜਾ ਕੇ ਜਵਾਬ ਦੇ ਆ, ਮੈਂ ਉਹਦਾ ਮਤਲਬ ਉਹਨੂੰ ਮੈਂ ਨਹੀਂ ਪੁੱਛ ਸਕਦਾ। ਬਾਕੀ ਉਹਦੀ ਸਜ਼ਾ ਜਜ਼ਾ, ਉਹਨੇ ਅਗਰ ਗਲਤ ਕੀਤਾ ਤੇ ਉਹ ਮਾਸ਼ਰੇ ਦਾ ਇੱਕ ਰੂਲ ਬਣਿਆ, ਜਾਂ ਦੁਨੀਆ ਜਦੋਂ ਦੀ ਬਣੀ ਅਜ਼ਲ ਤੋਂ ਜਿਹੜਾ ਬੰਦਾ ਗਲਤ ਕਰਦਾ ਉਹਦਾ ਰਿਜ਼ਲਟ ਵੀ ਗਲਤ ਹੀ ਹੁੰਦਾ ਹੈ। ਕਿ ਅਗਰ ਬੰਦਾ ਇੱਕ ਕਹਿੰਦੇ ਨਾ ਭੂਲਾ ਹੁਆ ਸ਼ਾਮ को वापस आ जाए तो उसको भूला नहीं कहते, कि अगर एक बंदा बुराई करते करते कोई अच्छाई के रास्ते से चला गया ਫਿਰ ਤੁਸੀਂ ਉਹਨੂੰ ਕਿਉਂ ਮਤਲਬ ਇਸ ਚੀਜ਼ ਨੂੰ ਕਰ ਰਹੇ ਹੋ ਕਿ ਜੀ ਉਹ ਇੱਥੇ ਉਹਨੇ ਆਹ ਕਹਿ ਦਿੱਤਾ, ਉੱਥੇ ਉਹਨੇ ਆਹ ਕਹਿ ਦਿੱਤਾ। ਕਹਿੰਦੇ ਤਾਂ ਸਾਰੇ ਹੀ ਆ, ਤੁਸੀਂ ਜਦੋਂ ਕਹਿੰਦੇ ਆ ਤੁਸੀਂ ਉਦੋਂ ਕਿਉਂ ਨਹੀਂ ਆਵਾਜ਼ ਚੱਕਦੇ? ਤੁਸੀਂ ਹੁਣ ਕਿਸੇ ਬੰਦੇ ਦਾ ਨਾਮ ਲਵੋ, ਹੁਣ ਕਿਸੇ ਬੰਦੇ ਦਾ ਨਾਮ ਲਿਆ ਹੁੰਦਾ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਲੋਕ ਦੱਸਦੇ, ਫਿਰ ਤੁਹਾਨੂੰ ਉਹ ਦੱਸਦਾ, ਫਿਰ ਉਹ ਬੰਦਾ ਜਿਹੜਾ ਮਰਿਆ ਹੋਇਆ ਬੰਦਾ ਤੁਹਾਨੂੰ ਕੀ ਕਹੇਗਾ? ਤੁਸੀਂ ਉਹਨੂੰ ਮਤਲਬ ਉੱਥੇ ਖੋਲ੍ਹਣ ਡਏ ਹੋ, ਪੋਲ ਖੋਲ੍ਹਣ ਡਏ ਹੋ ਜੀ, ਫਲਾਂ ਢਮਕਾਨ। ਇਹ ਤਾਂ ਜ਼ਿੰਦਾ ਬੰਦਿਆਂ ਲਈ ਵੀ ਕਿਹਾ ਗਿਆ ਕਿ ਪਰਦੇ ਪਾਓ, ਕਿਸੇ ਦੀ ਪਰਦਾਪੋਸ਼ੀ ਕਰੋ, ਲੇਕਿਨ ਤੁਸੀਂ ਤਾਂ ਹੈਰਾਨ ਕਰ ਦਿੱਤਾ। ਤੁਸੀਂ ਮੀਡੀਆ 'ਤੇ ਆਣ ਕੇ ਇੱਕ ਹਲਚਲ ਮਚਾਤੀ ਔਰ ਕਿਸੇ ਬੰਦੇ ਨੂੰ ਗੱਲ ਨਹੀਂ ਕਰਨ ਦੇ ਰਹੇ। ਤੁਹਾਡੀ ਐਂਕਰਸ਼ਿਪ ਜਿਹੜੀ ਹੈ ਨਾ, ਤੁਹਾਡੇ ਮਤਲਬ ਜਿਹੜਾ ਤੁਹਾਡਾ ਸਹਾਫੀਪਨ ਆ ਜਾਂ ਜਰਨਲਿਜ਼ਮ ਆ ਤੁਹਾਡਾ, ਜਾਂ ਤੁਸੀਂ ਜੋ ਵੀ ਪੜ੍ਹਿਆ, ਮੈਨੂੰ ਦੱਸੋ ਉੱਥੇ ਤੁਹਾਡਾ ਗਵਾਚਾ ਹੋਇਆ ਨਜ਼ਰ ਆਇਆ ਮੈਨੂੰ, ਕਿ ਤੁਸੀਂ ਪੜ੍ਹ ਕੇ ਵੀ ਗਵਾਤਾ। ਕਿ ਬੇਸਿਕਲੀ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਉਂ ਨਹੀਂ ਸਮਝੇ ਕਿ ਤੁਸੀਂ ਇੱਕ ਬੰਦੇ ਦੀ ਵਵੇਲਾ ਐਕਟਰ, ਮਤਲਬ ਇਹ ਡਰਾਮੇ ਕਦੋਂ ਦੇ ਹੋਣ ਡੇ ਆ, PTV ਤੋਂ ਲੈ ਕੇ ਹੁਣ ਤੱਕ ਤੁਸੀਂ ਕਿੱਥੇ ਸੁੱਤੇ ਸੀ? ਕਿੰਨਾ ਕੁਛ ਨਹੀਂ ਹੁੰਦਾ ਰਿਹਾ, ਮਤਲਬ ਕਿੰਨਾ ਕੁਛ ਨਹੀਂ ਹੁੰਦਾ। ਕਿੰਨੇ ਲੋਕ ਆ ਜਿਹੜੇ ਇਹ ਮਤਲਬ ਬਹੁਤ ਸਾਰੀਆਂ ਨੈਗਲਸੀਆਂ ਕਰਦੇ ਹੋਣਗੇ। ਮੈਂ ਸਮਝਦਾ ਕਿ ਤੁਸੀਂ ਆਪਣੀ ਜਗ੍ਹਾ 'ਤੇ ਰਾਈਟ ਹੋਊਗੇ, ਲੇਕਿਨ ਇਸ ਤਰ੍ਹਾਂ ਤਾਂ ਨਹੀਂ ਤੁਸੀਂ ਮਨਾ ਸਕਦੇ ਕਿ ਤੁਸੀਂ ਰਾਈਟ ਹੋ। ਤੁਸੀਂ ਤਾਂ ਅਜੀਬ ਕੰਮ ਕਰ ਦਿੱਤਾ ਕਿ ਤੁਸੀਂ ਉਹਦੀ ਫੈਮਿਲੀ ਨੂੰ ਕਿੰਨਾ ਤਕਲੀਫ ਹੋਈ ਹੋਵੇਗੀ, ਤੁਸੀਂ ਇਹ ਨਹੀਂ ਸੋਚਿਆ। ਉਹ ਤੁਹਾਡੀ ਗੱਲ ਸੁਣ ਕੇ ਉਹਦੇ ਫੈਨਸ ਨੂੰ ਕਿੰਨੀ ਤਕਲੀਫ ਹੋਏਗੀ, ਤੁਹਾਡੀ ਸੁਣ ਕੇ ਉਹਦੇ ਯਾਰਾਂ ਦੋਸਤਾਂ ਨੂੰ ਕਿੰਨੀ, ਮਤਲਬ ਕਿੰਨੇ ਦੋਸਤ ਸੀ ਉੱਥੇ। ਕਿ ਤੁਸੀਂ ਇੱਕ ਗੱਲ ਕਹਿ ਰਹੇ ਹੋ ਜੀ ਮੈਂ ਉੱਥੇ ਗਿਆ ਜਨਾਜ਼ੇ 'ਤੇ, ਉਸ ਤੋਂ ਬਾਅਦ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ, ਕੀ ਗੱਲਾਂ ਕੀਤੀਆਂ ਉਹਨਾਂ ਨੇ? ਦੱਸੋ ਯਾਰ, ਇਹ ਹੁਣ ਸਾਰਾ ਕੁਝ ਆ ਹੀ ਰਿਹਾ ਨਾ ਸਾਹਮਣੇ, ਕੀ ਕੀਤੀਆਂ ਗੱਲਾਂ? ਉਹਦਾ ਜਵਾਬ ਨਹੀਂ ਤੁਸੀਂ ਲੋਕਾਂ ਨੂੰ ਪੁੱਛ ਰਹੇ ਜੀ ਉਹ ਇੱਦਾਂ ਦਾ ਸੀ। ਤੁਸੀਂ ਪੁੱਛ ਨਹੀਂ ਰਹੇ, ਤੁਸੀਂ ਦੱਸ ਰਹੇ ਹੋ ਅਤੇ ਜ਼ਬਰਦਸਤੀ ਅਗਲੇ ਬੰਦੇ ਨੂੰ ਮਨਾ ਰਹੇ ਹੋ ਕਿ ਵੀ ਤੂੰ ਵੀ ਇੱਦਾਂ ਕਹਿ। ਦੱਸ, ਮਤਲਬ ਆਪਣੇ ਗੁਨਾਹ ਦੇ ਨਾਲ ਨਾਲ ਤੁਸੀਂ ਉਹਨੂੰ ਵੀ ਗੁਨਾਹ ਦੇ ਵਿੱਚ ਮਤਲਬ ਉਹਨਾਂ ਹੀ ਸ਼ਾਮਲ ਕਰਨਾ। ਤੁਸੀਂ ਇਸਲਾਮ ਦੀ ਸਰਬੁਲੰਦੀ ਦੀ ਗੱਲ ਕਰ ਰਹੇ ਹੋ, ਇਸਲਾਮ ਇਹ ਕੁਛ ਨਹੀਂ ਕਹਿੰਦਾ ਮਤਲਬ ਕਿਸੇ ਦੀ ਪਰਦਾਪੋਸ਼ੀ ਵੀ ਕੋਈ ਗੱਲ ਹੁੰਦੀ ਹੈ। ਅਤੇ ਤੁਸੀਂ ਅਰਮਗਾਨ ਸਾਹਿਬ, ਅਕਸੀ ਸਾਹਿਬ, ਮਾਸ਼ਾਅੱਲਾ ਤੁਹਾਡਾ ਗੈਟਅਪ ਵੀ ਦੇਖੋ ਨਾ ਤੁਸੀਂ ਆਪਣਾ, ਕਿ ਤੁਸੀਂ ਮਤਲਬ ਦਾੜੀ ਰੱਖੀ ਆ, 5 ਵਕਤ ਦੀ ਨਮਾਜ਼ ਪੜ੍ਹਦੇ ਹੋਗੇ, ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇਵੇ ਉਹਦੀ, ਜਜ਼ਾਕ ਅੱਲਾ, ਕਿ ਤੁਸੀਂ ਪੜ੍ਹਦੇ ਹੋਗੇ। ਤੁਸੀਂ ਕਿਸੇ ਲਈ ਤਾਂ ਨਹੀਂ ਪੜ੍ਹ ਰਹੇ, ਤੁਸੀਂ ਆਪਣੇ ਲਈ ਪੜ੍ਹ ਰਹੇ ਹੋ। ਮਕਸਦ ਕਿਸੇ ਲਈ ਇੱਦਾਂ ਦਾ ਜ਼ਹਿਰ ਉਗਲਣਾ, ਔਰ ਉਹ ਵੀ ਉਹਦੇ ਜਾਣ ਤੋਂ ਬਾਅਦ ਦੁਨੀਆ ਤੋਂ। ਅਤੇ ਤੁਸੀਂ ਮਤਲਬ ਆਪਣੇ ਸ਼ਿਮਲਾ ਬਣ ਰਹੇ ਹੋ, ਤੁਸੀਂ ਬੜੇ ਹੁੱਬ ਕੇ, ਅਤੇ ਤੁਸੀਂ ਬੜਾ ਮਾਈਕ ਲੈ ਕੇ, ਅਤੇ ਕਦੀ ਐਮ ਅਤੇ ਕਦੀ ਉਹ, ਅਤੇ ਸਾਹ ਵੀ ਨਹੀਂ ਲੈ ਰਹੇ ਤੁਸੀਂ, ਅਤੇ ਅਗਲੇ ਬੰਦੇ ਨੂੰ ਵੀ ਬੋਲਣ ਦਾ ਮੌਕਾ ਨਹੀਂ ਦੇ ਰਹੇ। ਮਤਲਬ ਇਹ ਤਾਂ ਕੋਈ ਗੱਲ ਨਹੀਂ, ਤਾਂ ਕੋਈ ਤੁਸੀਂ ਆਪਣੇ ਕੰਮ ਦੇ ਨਾਲ ਕੋਈ ਇਨਸਾਫ ਨਹੀਂ ਕਰ ਰਹੇ ਹੋ। ਅਸਲ ਮਕਸਦ ਹੈ ਕਿ ਤੁਸੀਂ ਨਿਸ਼ਾਨਦੇਹੀ ਕਰਨੀ ਹੈ, ਠੀਕ ਹੋ ਗਿਆ। ਤੁਸੀਂ ਜਜ਼ਾ ਦੇ ਅਤੇ ਸਜ਼ਾ ਦੇ ਤੁਸੀਂ ਮਤਲਬ ਇਹ ਨਹੀਂ ਹੈਗੇ ਅਲੰਬਰਦਾਰ ਕਿ ਤੁਸੀਂ ਉਹਨਾਂ ਨੂੰ ਸਜ਼ਾ ਜਜ਼ਾ ਦੇਣੀ ਆ। ਉਹ ਅੱਲਾਹ ਤਾਲਾ ਬੈਠੇ ਆ ਨਾ ਉੱਪਰ, ਠੀਕ ਹੈ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤ ਆ ਸਾਰੇ ਅਸੀਂ। ਤੋ ਇਹ ਚੀਜ਼ਾਂ ਤੁਸੀਂ ਆਣ ਕੇ ਮਤਲਬ ਆਪਣੇ ਆਪ ਨੂੰ ਪਾਰਸਾ ਔਰ ਬੜਾ ਮੁਸਲਮਾਨ ਬਣਾ ਕੇ ਵਿਖਾਉਣ ਡਏ ਹੋ ਜੀ ਕਿ ਮੈਂ ਬੜਾ ਵੱਡਾ ਮੁਸਲਮਾਨ ਹਾਂ ਔਰ ਮੈਂ ਇੱਕ ਮਰੇ ਹੋਏ ਬੰਦੇ ਦੀ ਤਜ਼ਲੀਲ ਕਰਨ ਡਿਆ। ਮਤਲਬ ਆਪਣੇ ਅਲਫਾਜ਼ 'ਤੇ ਗੌਰ ਕਰਨਾ ਚਾਹੀਦਾ ਸੀ, ਮਤਲਬ ਇਸ ਚੀਜ਼ 'ਤੇ ਗੌਰ ਕਰਨਾ ਚਾਹੀਦਾ ਸੀ ਕਿ ਤੁਸੀਂ ਕਿੰਨੇ ਕੁ ਅੱਛੇ ਹੋ। ਤੁਸੀਂ ਤੁਸੀਂ ਅੱਛਾਈ ਵਿਖਾਈ ਆ। ਤੁਸੀਂ ਪਹਿਲੇ ਆਪਣੇ ਜਾ ਕੇ ਨਾ ਉੱਥੇ YouTube ਦੇ ਥੱਲੇ ਕਮੈਂਟਸ ਪੜ੍ਹੋ, ਤੁਹਾਨੂੰ ਪਤਾ ਲੱਗੇ ਕਿ ਤੁਸੀਂ ਕਿੰਨੇ ਅੱਛੇ ਹੋ। ਫਿਰ ਜਿਹੜੇ ਲੋਕ ਹਲਕਾ ਅਹਿਬਾਬ ਜਿਹੜੇ ਜਾਣਨ ਵਾਲੇ ਸੀ ਉਹਨਾਂ ਨੂੰ ਪੁੱਛੋ ਕਿ ਤੁਸੀਂ ਕਿੰਨੇ ਕੁ ਅੱਛੇ ਹੋ। ਜ਼ਰਾ ਤਹੰਮਲ ਨਾਲ ਉਹਨਾਂ ਨੂੰ ਬੋਲਣ ਦਿਓਗੇ, ਫਿਰ ਤੁਹਾਨੂੰ ਲੋਕ ਦੱਸਣਗੇ ਕਿ ਤੁਸੀਂ ਕਿੰਨੇ ਅੱਛੇ ਹੋ। ਲਿਹਾਜ਼ਾ ਇਹ ਚੀਜ਼ ਮੈਂ ਇਹਨੂੰ ਕੰਡੈਮ ਕਰਦਾ। ਔਰ ਮੈਂ ਬਾਕੀ ਫਨਕਾਰਾਂ ਨੂੰ ਵੀ ਇੱਕ ਗੱਲ ਕਿ ਦੇਖੋ
ਬੇਸਿਕਲੀ ਤੁਸੀਂ ਉੱਥੇ ਜਾ ਕੇ ਰੋਏ ਧੋਏ, ਤੁਸੀਂ ਸਾਰਾ ਕੁਝ ਕੀਤਾ ਕਿਉਂਕਿ ਤੁਹਾਨੂੰ ਸਰਦਾਰ ਕਮਾਲ ਸਾਹਿਬ ਨਾਲ ਬਹੁਤ ਮੁਹੱਬਤ ਸੀ। ਉਹਨਾਂ ਨੂੰ ਮਿਲਣ ਵਾਲੇ ਲੋਕ ਜਿਹੜੇ ਆ ਉਹ ਉਹਦੀ ਗਵਾਹੀ ਦਿੰਦੇ ਆ। ਜਦੋਂ ਮੈਂ ਕਹਿੰਦਾ ਕਿ ਬੰਦੇ ਗਵਾਹੀ ਦੇਣ ਲੱਗ ਜਾਣ ਕਿਸੇ ਬੰਦੇ ਦੀ, ਕੋਈ 4 ਬੰਦੇ ਵੀ, 2 ਬੰਦੇ, 1 ਬੰਦਾ ਵੀ ਗਵਾਹੀ ਦੇ ਦੇਵੇ, ਤੇ ਇਹਦਾ ਮਤਲਬ ਆ ਕਿ ਉਹਦੇ 'ਚ ਕੋਈ ਅੱਛਾਈ ਬਾਕੀ ਆ। ਤੇ ਮਰੇ ਹੋਏ ਬੰਦੇ ਲਈ ਝੂਠੀਆਂ ਗਵਾਹੀਆਂ ਨਹੀਂ ਦਿੱਤੀਆਂ ਜਾਂਦੀਆਂ, ਜੋ ਰਿਐਲਿਟੀ ਹੋਏਗੀ ਉਹੀ ਹੋਏਗੀ। ਤੇ ਤੁਸੀਂ ਜੋ ਕੁਝ ਬਿਆਨ ਕੀਤਾ, ਤੁਸੀਂ ਪਤਾ ਨਹੀਂ ਕਿਹੜੇ ਦੌਰ 'ਚ ਹੋ, 2024 ਚੱਲ ਰਿਹਾ, ਤੁਸੀਂ ਜਾਂ ਤਾਂ ਪਾਬੰਦ ਕਰ ਦਿਓ ਸਾਰਿਆਂ ਨੂੰ ਇਸ ਚੀਜ਼ ਦੇ ਉੱਤੇ, ਤੁਸੀਂ ਅਦਾਰਿਆਂ ਨੂੰ ਮਤਲਬ ਇਹ 'ਤੇ ਪਾਬੰਦ ਕਰ ਦਿਓ ਕਿ ਇਹ ਚੀਜ਼ ਬੰਦ ਕਰੋ। ਲੇਕਿਨ ਇਸ ਤਰ੍ਹਾਂ ਆਣ ਕੇ ਤੁਸੀਂ ਕਿੱਦਾਂ ਬੰਦ ਕਰਾ ਲਓਗੇ ਜਿਸ ਤਰ੍ਹਾਂ ਤੁਸੀਂ ਮਤਲਬ ਅਗਲੇ ਬੰਦੇ ਦੀ ਸੁਣ ਨਹੀਂ ਰਹੇ ਹੋ ਔਰ ਤੁਸੀਂ ਬਹੁਤ ਕੁਝ ਕਰ ਰਹੇ ਹੋ ਆਣ ਕੇ। ਕਿਉਂਕਿ ਮੈਂ ਸਿਰਫ ਇਸ ਲਈ ਗੱਲ ਕੀਤੀ ਹੈ ਕਿਉਂਕਿ ਮੈਂ ਇੱਕ ਦਿਨ ਪ੍ਰੋਗਰਾਮ ਕੀਤਾ ਔਰ ਉਹ ਤੋਂ ਦੂਜੇ ਦਿਨ ਤੁਹਾਡਾ ਪ੍ਰੋਗਰਾਮ ਮੈਂ ਵੇਖ ਲਿਆ, ਅਤੇ ਮੈਨੂੰ ਬੜੀ ਮਤਲਬ ਇਹ 'ਤੇ ਸ਼ਰਮਿੰਦਗੀ ਵੀ ਹੋਈ ਅਤੇ ਆਪਣੇ ਆਪ 'ਤੇ ਵੀ ਸ਼ਰਮਿੰਦਗੀ ਹੋਈ। ਫਿਰ ਤੁਸੀਂ ਨਾਲ ਇਹ ਵੀ ਕਹਿ ਰਹੇ ਉਹਨਾਂ ਦੇ ਸਪੋਰਟਰਾਂ 'ਤੇ ਫਲਾਣ ਟਮਕਾਨ, ਅੱਧੇ ਤੋਂ ਜ਼ਿਆਦਾ ਤੇ ਮਤਲਬ ਉਹਨਾਂ ਦੇ ਸਪੋਰਟਰ ਹੋਣੇ ਆ ਇੱਥੇ। ਕਿਹੜਾ ਬੰਦਾ ਨਹੀਂ ਜਾਂਦਾ, ਕਿਹੜਾ ਬੰਦਾ ਨਹੀਂ ਥੀਏਟਰ ਵੇਖਦਾ, ਜਾਂ ਕਿਹੜਾ ਬੰਦਾ ਡਰਾਮਾ ਨਹੀਂ ਵੇਖਦਾ, ਜਾਂ ਕਿਹੜਾ ਬੰਦਾ TV ਸ਼ੋਜ਼ ਨਹੀਂ ਵੇਖਦਾ। ਤੁਸੀਂ ਇਸ ਤਰ੍ਹਾਂ ਕਰੋ ਨਾ, ਤੁਸੀਂ TV ਬੰਦ ਕਰਾ ਦਿਓ, ਨਾ ਤੁਸੀਂ ਆਓਗੇ ਨਾ TV ਆਊਗਾ। ਤੁਸੀਂ ਵੀ ਤਾਂ ਇੰਟਰਟੇਨ ਹੀ ਕਰ ਰਹੇ ਹੋ ਨਾ ਲੋਕਾਂ ਨੂੰ, ਲੋਕਾਂ ਦੀ ਬਿਸਤੀ ਕਰਕੇ। ਜਿਹਨੂੰ ਫੜਦੇ ਹੋ ਜਨਾਬ ਉਹਦੀ ਤੂੰ ਆਹ ਕੀਤਾ ਸੀ, ਤੂੰ ਇਹ ਕੀਤਾ ਸੀ, ਤੁਸੀਂ ਤੇ ਉੱਤੇ ਹੁਕਮ ਸਾਦਰ ਕਰ ਰਹੇ ਹੋ, ਤੁਸੀਂ ਹਟਾ ਨਹੀਂ ਰਹੇ ਹੋ, ਤੁਸੀਂ ਉਹਨੂੰ ਚੜਾ ਰਹੇ ਹੋ। ਲਿਹਾਜ਼ਾ ਅਰਮਗਾਨ ਸਾਹਿਬ ਇੱਥੇ ਥੋੜ੍ਹਾ ਜਿਹਾ ਹੋਸ਼ ਦੇ ਨਾਖਣ ਲਓ। ਮਾਸ਼ਾਅੱਲਾ ਬੜੇ ਅੱਛੀ ਪਰਸਨੈਲਿਟੀ ਹੈ ਤੁਹਾਡੀ, ਬੜੇ ਪੜ੍ਹੇ ਲਿਖੇ ਹੋ ਤੁਸੀਂ ਔਰ ਬੜੀ ਖੁੱਲ੍ਹ ਕੇ ਗੱਲ ਕਰਦੇ ਹੋ। ਤੁਹਾਡੀ ਜਿਹੜੀ ਤੁਸੀਂ ਡਿਸਕ੍ਰਿਪਸ਼ਨ ਲਿਖੀ ਉਹਦੇ ਵਿੱਚ ਆਪਣਾ YouTube ਦੇ ਵਿੱਚ ਉਹ ਵੀ ਪੜ੍ਹੀ ਹੈ ਮੈਂ, ਔਰ ਬੜੀ ਅੱਛੀ ਗੱਲ ਤੁਸੀਂ ਲਿਖੀ ਹੈ ਜੀ ਕਿ ਮੈਂ ਇਸਲਾਮ ਲਈ ਔਰ ਮਤਲਬ ਜਿਹੜੀਆਂ ਨਿਜ਼ਾਮ ਜਿਹੜਾ ਸਿਸਟਮ ਦੇ ਖਿਲਾਫ ਮੈਂ ਆਵਾਜ਼ ਚੱਕਣੀ ਔਰ ਬੇਬਾਕ ਚੱਕਣਾ, ਉਹ ਤੁਸੀਂ ਬੜੀ ਅੱਛਾ ਕਰਦੇ ਹੋ। ਮਤਲਬ ਮੈਂ ਤੁਹਾਨੂੰ ਲਾਈਕ ਕਰਦਾ। ਲੇਕਿਨ ਇਹ ਜਿਹੜਾ ਤੁਸੀਂ ਹਰਕਤ ਹੁਣ ਕੀਤੀ ਹੈ ਲਾਈਕ ਕਰਨ ਵਾਲੀ ਨਹੀਂ, ਅਨਲਾਈਕ ਪਰਸਨ ਕਰਦੇ ਇੱਦਾਂ ਦੀਆਂ ਹਰਕਤਾਂ। ਲਿਹਾਜ਼ਾ ਮੈਂ ਮਤਲਬ ਇਸ ਚੀਜ਼ 'ਤੇ ਬੜਾ ਮੈਂ ਹੈਰਾਨ ਹੋਇਆ ਅਤੇ ਮੇਰਾ ਵੀ ਦਿਲ ਕੀਤਾ ਕਿ ਮੈਂ ਕੁਛ ਬੋਲਾਂ ਇਹਦੇ 'ਤੇ, ਕਿਉਂਕਿ ਸਾਨੂੰ ਵੀ ਆਪਣਾ ਹੱਕ ਅਦਾ ਕਰਨਾ ਚਾਹੀਦਾ। ਮਤਲਬ ਸਪੋਰਟਰਾਂ ਦੀ ਗੱਲ ਨਹੀਂ ਹੁੰਦੀ, ਗੱਲ ਇੱਕ ਇਸਲਾਮ ਦੇ ਦਾਇਰੇ 'ਚ, ਅਗਰ ਤੁਸੀਂ ਇਸਲਾਮ ਨੂੰ ਇੰਨਾ ਮੰਨਦੇ ਹੋ ਤਾਂ ਫਿਰ ਇਸਲਾਮ ਦੇ ਦਾਇਰੇ 'ਚ ਗੱਲ ਰਹਿ ਕੇ ਕਰਨੀ ਚਾਹੀਦੀ ਆ। ਜਦੋਂ ਜ਼ਿੰਦਾ ਸੀ, ਜਦੋਂ ਹਯਾਤ ਸੀ, ਅਤੇ ਮਤਲਬ ਤੁਸੀਂ ਪਹਿਲੇ ਸੁੱਤੇ ਸੀ, ਪਹਿਲੇ ਕਿਉਂ ਨਹੀਂ ਇਹ ਕੀਤੀਆਂ ਗੱਲਾਂ? ਕਿਸ ਪਲੇਟਫਾਰਮ 'ਤੇ ਆਣ ਕੇ ਤੁਸੀਂ ਗੱਲ ਕੀਤੀ ਹੈ, ਮਤਲਬ ਇਹ ਵੀ ਦੱਸ ਦਿਓ। ਇਹ ਹੁਣ ਉਹਦੇ ਜਾਣ ਤੋਂ ਬਾਅਦ ਤੁਸੀਂ ਉੱਠ ਕੇ ਆ ਗਏ ਆ ਰਾਤ ਨੂੰ, ਜਨਾਬ ਖਾਣਾ ਛਾਣਾ ਖਾਧਾ ਅਤੇ ਆਣ ਕੇ ਤੁਸੀਂ ਲੱਗ ਪਏ ਉਹ ਰੋਟੀ ਹਜ਼ਮ ਕਰਨ ਲਈ। ਇਹ ਗਲਤ ਗੱਲ ਹੈ ਅਰਮਗਾਨ ਸਾਹਿਬ। ਇਸ ਕਰਕੇ ਇਹ ਆਪਣੇ ਅਲਫਾਜ਼ ਵਾਪਸ ਲਓ ਔਰ ਉਹਨਾਂ ਦੇ ਫੈਨ ਜਿੰਨੇ ਵੀ ਆ ਉਹਨਾਂ ਕੋਲ ਮਾफ़ੀ ਮੰਗੋ। ਉਹ ਇਨਸਾਨ ਤਾਂ ਹੈ ਸੀ ਨਾ, ਮੁਸਲਮਾਨ ਤਾਂ ਹੈ ਸੀ ਨਾ। ਕੰਮ ਉਹਦਾ ਚੋਰ ਡਕੈਤ ਨਹੀਂ ਫਿਰਦੇ ਪਏ ਤੁਹਾਡੇ ਦੇ ਵਿੱਚ, ਚੋਰ ਡਕੈਤੀਆਂ ਕਰਕੇ ਨਹੀਂ ਫਿਰਦੇ ਤੁਹਾਡੇ ਵਿੱਚ। ਤੁਸੀਂ ਉਹਨਾਂ ਨੂੰ ਦੁਆ ਸਲਾਮ ਨਹੀਂ ਲੈਂਦੇ, ਜਾਂ ਤੁਸੀਂ ਉਹਨਾਂ ਨੂੰ ਘਰੋਂ ਕੱਢ ਦਿੰਦੇ ਆ ਕਿ ਜਾਓ ਨਿਕਲ ਜਾਓ ਇੱਥੋਂ। ਕਿਹੜਾ ਗਲਤ ਕੰਮ ਨਹੀਂ ਹੈਗਾ ਜਿਹੜਾ ਸਾਡੇ ਮਾਸ਼ਰੇ 'ਚ ਨਹੀਂ ਹੁੰਦਾ, ਅਤੇ ਤੁਹਾਡੇ ਆਲੇ ਦੁਆਲੇ ਹੀ ਹੁੰਦਾ, ਅਤੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕ ਸਕਦੇ? ਤੁਸੀਂ ਕਿਹੜਾ ਸੁਪਰਮੈਨ ਆ ਜਾਂ ਸਪਾਈਡਰਮੈਨ ਆ ਕਿ ਤੁਸੀਂ ਇੱਦਾਂ ਕਰਕੇ ਕਰਨਾ ਅਤੇ ਸਭ ਕੁਝ ਠੀਕ ਹੋ ਜਾਣਾ? ਇੱਦਾਂ ਨਹੀਂ ਹੋਣਾ। ਇਸ ਮਾਸ਼ਰੇ ਨੂੰ ਠੀਕ ਕਰਨ ਲਈ ਲੇਕਿਨ ਆਪਣੀ ਜ਼ੁਬਾਨ ਠੀਕ ਕਰੋ, ਫਿਰ ਮਾਸ਼ਰਾ ਠੀਕ ਹੋਏਗਾ। ਫਿਰ ਅਖਲਾਕੀਆਤ ਆਪਣੀ ਠੀਕ ਕਰੋ, ਫਿਰ ਮਾਸ਼ਰਾ ਠੀਕ ਹੋਏਗਾ। ਕਿ ਆਲਰੇਡੀ ਤੁਸੀਂ ਜ਼ਬਰਦਸਤੀ ਮਾਸ਼ਰੇ ਨੂੰ ਠੀਕ ਕਰਨ ਤੁਰੇ ਆ, ਇੱਦਾਂ ਨਹੀਂ ਕੋਈ ਮਾਸ਼ਰਾ ਠੀਕ ਹੁੰਦਾ, ਇੱਦਾਂ ਵਿਗੜਦਾ ਹੈ ਮਾਸ਼ਰਾ। ਮੈਂ ਤੁਹਾਨੂੰ ਅੱਗੇ ਕਿਹਾ ਕਿ ਤੁਸੀਂ ਬੰਦਿਆਂ 'ਚ ਖੜ੍ਹੇ ਹੋ ਕੇ ਤੁਸੀਂ ਇੱਕ ਮਾਈਕ ਲੈ ਕੇ ਅਤੇ ਤੁਸੀਂ ਦੱਸਣ ਦੇ ਨਸਲਾਂ ਤਬਾਹ, ਬਾਰ-ਬਾਰ ਤੁਹਾਡਾ ਇੱਕੋ ਡਾਇਲੋਗ ਹੈ ਜੀ, ਨਸਲਾਂ ਤਬਾਹ ਹੋ ਗਈਆਂ, ਨਸਲਾਂ ਤਬਾਹ ਹੋ ਗਈਆਂ। ਸਟੇਜ ਡਰਾਮੇ ਦੇਖ ਕੇ ਨਸਲਾਂ ਤਬਾਹ ਹੋਈਆਂ, ਇਹ ਤੁਹਾਡੀ ਗੱਲ ਮੰਨ ਲੈਂਦੇ। ਡਰਾਮੇ ਵੇਖ ਕੇ ਨਸਲਾਂ ਤਬਾਹ ਹੋਈਆਂ, ਤੁਹਾਡੀ ਗੱਲ ਮੰਨ ਲੈਂਦੇ। ਬਾਕੀ ਜਿਹੜੀ ਮਾਸ਼ਰੇ ਦੀਆਂ ਨੈਗਲਸੀਆਂ ਉਹਨਾਂ ਨੂੰ ਕਿੱਥੇ ਪਾਓਗੇ ਤੁਸੀਂ? ਉਹ ਵੀ ਡਰਾਮਿਆਂ 'ਚ ਪਾਤੀਆਂ। ਜਿਸ ਬੰਦੇ ਕੋਲ ਰੋਟੀ ਖਾਣ ਦੇ ਪੈਸੇ ਨਹੀਂ ਹੈਗੇ, ਉਹ ਜਾ ਕੇ ਡਰਾਮਾ ਵੇਖ ਕੇ ਤੇ ਉਹਨੇ ਆਪਣੀ ਨਸਲ ਤਬਾਹ ਕਰ ਲੈਣੀ ਹੈ। ਵਾਹ ਤੁਹਾਡੇ, ਕਿਆ ਖੂਬ ਗੱਲ ਤੁਸੀਂ ਕੀਤੀ ਹੈ। ਨਸਲਾਂ ਬਰਬਾਦ ਹੋ ਗਈਆਂ। ਲਿਹਾਜ਼ਾ ਇਹਨਾਂ ਚੀਜ਼ਾਂ ਨੂੰ ਅਗਰ ਬੰਦ ਕਰਾਉਣਾ, ਅਸੀਂ ਵੀ ਤੁਹਾਨੂੰ ਕਹਿੰਦੇ ਹਾਂ ਕਿ ਬੰਦ ਕਰਾਉਣਾ ਤਾਂ ਫਿਰ ਸਾਰਾ ਹੀ ਬੰਦ ਕਰਾਓ, ਠੀਕ ਆ। ਇਹਨਾਂ ਨੂੰ ਕਿਸੇ ਰੋਟੀ ਰੋਜ਼ੀ 'ਤੇ ਲਾ ਕੇ ਫਿਰ ਬੰਦ ਕਰਾਓ ਤਾਂ ਕਿ ਇਹਨਾਂ ਦਾ ਕੋਈ ਰਿਜ਼ਕ ਚੱਲ ਸਕੇ, ਉਹਨਾਂ ਦੇ ਬੱਚੇ ਪਲਣ। ਮਤਲਬ ਅਜੀਬ ਲੌਜਿਕ ਹੈ ਕਿ ਜੀ ਆਣ ਕੇ ਮਾਈਕ ਚੁੱਕਿਆ ਅਤੇ ਔਰ ਦੇ ਤੇਰੇ ਦੀ ਸ਼ੁਰੂ ਹੋ ਗਿਆ। ਇਹ ਚੀਜ਼ਾਂ ਬਹੁਤ ਜ਼ਿਆਦਾ ਮਤਲਬ ਦੁੱਖ ਵਾਲੀਆਂ ਔਰ ਤਕਲੀਫ ਵਾਲੀਆਂ ਇਸ ਲਈ ਸੀਗੀਆਂ ਕਿਉਂਕਿ ਤੁਸੀਂ ਇੱਕ ਮਰੇ ਹੋਏ ਸ਼ਖਸ ਨੂੰ ਕਹਿ ਰਹੇ ਸੀ। ਉਹ ਚਾਹੇ ਸਰਦਾਰ ਕਮਾਲ ਸੀ, ਚਾਹੇ ਤਾਰਕ ਡੈਡੀ ਸੀ, ਚਾਹੇ ਮਸਤਾਨਾ ਸੀ, ਚਾਹੇ ਕੋਈ ਵੀ ਸੀ। ਅਤੇ ਉਹ ਖਿਦਮਤ ਮੁਲਕ ਕੌਮ ਦੀ ਕਿੱਦਾਂ ਬਿਜ਼ਨਸ ਰੈਵਨਿਊ ਜਿੰਨਾ ਬਿਜ਼ਨਸ ਮਤਲਬ ਸਟੇਜ ਡਰਾਮਿਆਂ 'ਚੋਂ ਜਾਂ ਥੀਏਟਰਾਂ 'ਚੋਂ ਜਾਂਦਾ ਹੈ ਟੈਕਸ ਦੀ ਸੂਰਤ ਦੇ ਵਿੱਚ, ਉਹ ਨਹੀਂ ਤੁਹਾਨੂੰ ਨਜ਼ਰ ਆਉਂਦਾ। ਉਹ ਬੰਦ ਕਰੋ ਨਾ ਇਹਨੂੰ ਸਾਰੇ ਨੂੰ, ਤਾਂ ਕਿ ਤੁਹਾਨੂੰ ਸਕੂਨ ਮਿਲ ਜਾਵੇ, ਕਿ ਤੁਹਾਡੀ ਰੂਹ ਨੂੰ ਵੀ ਕਰਾਰ ਆ ਜਾਏ ਕਿ ਜਨਾਬ ਅਰਮਗਾਨ ਸਾਹਿਬ ਨੇ ਘਰ ਬੰਦ ਕਰਾਤਾ। ਲੇਕਿਨ ਇਹ ਤੁਹਾਡੀਆਂ ਬਿਲਕੁਲ ਫਜ਼ੂਲ ਜੀ ਇੱਕ ਵੀਡੀਓ ਸੀਗੀ ਜਿਹਦੇ 'ਤੇ ਤੁਸੀਂ ਇੰਨਾ ਵਵੇਲਾ ਮਚਾਤਾ। ਦੀਨ ਦੀ ਗੱਲ ਅਗਰ ਫੈਲਾਉਣੀ ਹੈ ਤਾਂ ਉਹਦੇ 'ਚ ਨਰਮੀ ਔਰ ਮੁਹੱਬਤ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਕਿਸੇ ਦੀ ਤਜ਼ਲੀਲ ਕਰਕੇ ਤੁਸੀਂ ਇਸਲਾਮ ਦੀ ਗੱਲ ਫੈਲਾ ਰਹੇ ਹੋ। ਲਿਹਾਜ਼ਾ ਮੈਂ ਮਾਜ਼ਰਤ ਕਰਦਾ ਬਾਕੀ ਲੋਕਾਂ ਕੋ ਵੀ, ਅਗਰ ਮੇਰੇ ਕੋ ਕੋਈ ਏਡੇ ਹਾਰਡ ਲਫ਼ਜ਼ ਬੋਲੇ ਗਏ ਆ ਉਹਦੇ ਲਈ ਮੈਂ ਮਾਜ਼ਰਤ ਵੀ ਕਰਦਾ। ਔਰ ਦੂਸਰਾ ਹੈ ਕਿ
ਅਰਮਗਾਨ ਸਾਹਿਬ ਨੂੰ ਫਿਰ ਮੈਂ ਇੱਕ ਵਾਰੀ ਮੈਸੇਜ ਦਿੰਦਾ ਕਿ ਸਰ ਇਹਦੇ 'ਤੇ ਨਾ ਥੋੜ੍ਹਾ ਜਿਹਾ ਗੌਰ ਕਰੋ ਕਿ ਤੁਸੀਂ ਠੀਕ ਕੀਤਾ ਜਾਂ ਗਲਤ ਕੀਤਾ, ਔਰ ਮੈਨੂੰ ਲੱਗਦਾ ਕਿ ਤੁਸੀਂ ਆਪਣੀ ਗਲਤੀ ਨੂੰ ਤਸਲੀਮ ਕਰੋਗੇ। ਲਿਹਾਜ਼ਾ ਇਹਦੇ 'ਚ ਨਾ ਬਹੁਤ ਅੱਛਾ ਕੀਤਾ ਤੁਸੀਂ, ਮਤਲਬ ਤੁਸੀਂ ਇਸਲਾਮ ਯਾਦ ਕਰਾਤਾ ਬੰਦਿਆਂ ਨੂੰ ਇੱਕ ਵੀਡੀਓ ਦੇ ਵਿੱਚ, ਠੀਕ ਆ। ਅਤੇ ਮੇਬੀ ਮੈਨੂੰ ਲੱਗਦਾ ਕਿ ਉਹ ਬੰਦੇ ਹੁਣ ਸਟੇਜ ਥੀਏਟਰ ਨਹੀਂ ਵੇਖਣ ਜਾਣਗੇ, ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਇੰਟਰਵਿਊ ਦਿੱਤਾ ਨਾ, ਹੁਣ ਉਹਨਾਂ ਨੇ ਕਹਿਣਾ ਅਰਮਗਾਨ ਹੀ ਅਕਸੀ ਸਾਹਿਬ ਨਾ ਆ ਜਾਣ ਕਿਤੇ। ਅਤੇ ਇਸ ਕਰਕੇ ਨਾ ਸਰ ਆਪਣੇ ਹੋਸ਼ੋ ਹਵਾਸ ਦੇ ਨਾਲ ਸੋਚੋ, ਬੈਠੋ ਥੋੜ੍ਹੀ ਦੇਰ ਬੈਠ ਕੇ ਸੋਚੋ ਕਿ ਤੁਸੀਂ ਸਹੀ ਕੀਤਾ ਜਾਂ ਗਲਤ ਕੀਤਾ। ਤੁਸੀਂ ਕਿਸੇ ਦੀ ਤਜ਼ਲੀਲ ਕੀਤੀ ਹੈ ਅਤੇ ਸਰ ਬਹੁਤ ਗਲਤ ਕੀਤੀ ਹੈ, ਔਰ ਬਿਲਾ ਵਜ੍ਹਾ ਕੀਤੀ ਹੈ, ਫਜ਼ੂਲ। ਅਤੇ ਬਸ ਅਗਲੇ ਪ੍ਰੋਗਰਾਮ ਤੱਕ ਲਈ ਕਮਰ ਅਬਾਸ ਮਾਂਝ ਨੂੰ ਇਜਾਜ਼ਤ ਦਿਓ। ਬਸ ਅੱਜ ਦੀ ਇੰਨੀ ਗੱਲ ਸੀ, ਲੇਕਿਨ ਇਹ ਪ੍ਰੋਗਰਾਮ ਇਸ ਲਈ ਕੀਤਾ ਕਿ ਮਤਲਬ ਇਹ ਚੀਜ਼ ਅੱਛੀ ਨਹੀਂ ਹੈ। ਕਿਸੇ ਦੇ ਪਰਦੇ, ਕਿਸੇ ਦੇ ਐਬਾਂ ਦੇ ਉੱਤੇ ਪਰਦਾ ਪਾਉਣਾ, ਇਹ ਵੀ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਅਤੇ ਉੱਤੇ ਵੀ ਅਮਲ ਕਰ ਲੈਣਾ ਚਾਹੀਦਾ। ਅਤੇ ਇਹ ਨਹੀਂ ਹੈਗਾ ਕਿ ਚੌਕ ਬਾਜ਼ਾਰ 'ਚ ਉਹਦੀ ਇੱਜ਼ਤ ਨਿਲਾਮ ਕਰ ਦੇਣੀ ਚਾਹੀਦੀ ਹੈ।